ये सवाल भी बार बार उठता रहा है कि ਜਿਹੜੀਆਂ ਖੱਬੀਆਂ ਧਿਰਾਂ ਕਮਿਊਨਿਸਟ ਪਾਰਟੀਆਂ ਦੀਆਂ ਜਿਹੜੀਆਂ ਵੱਖ-ਵੱਖ ਸ਼ੇਡਸ ਆ ਵੱਖ-ਵੱਖ ਧੜੇ ਆ ਉਹਨਾਂ ਨੂੰ ਵੀ ਇੱਕ ਥਾਂ ਇਕੱਠੇ ਕਰਕੇ ਜਾਂ ਇਕੱਠੇ ਰੱਖਣ ਦੇ 'ਚ ਦਿੱਕਤ ਪੇਸ਼ ਆਉਂਦੀ ਹੈ, ਜਿਹਦੇ ਕਰਕੇ ਸ਼ਾਇਦ ਜਿਹੜੀ ਸ਼ਕਤੀ ਘਟਣ ਦੀ ਗੱਲ ਕਰਦੇ ਆ। ਇੱਕ ਵਜ੍ਹਾ ਇਹ ਵੀ ਹੈ ਕਿ ਖੱਬੀਆਂ ਧਿਰਾਂ ਹੀ ਇੱਕ ਥਾਂ ਤੇ ਇਕੱਠੀਆਂ ਨਹੀਂ ਹੋ ਸਕਦੀਆਂ। ਮੁੱਖ ਤੌਰ ਦੇ ਉੱਤੇ ਸਾਡੇ ਦੁਸ਼ਮਣ ਜਿਹੜੇ ਆ ਉਹ ਤਾਂ ਪਤਾ ਨਹੀਂ ਕੀ ਸੋਚਦੇ ਹੋਣ, ਪਰ ਅਸੀਂ ਆਪ ਹੀ ਦੁਸ਼ਮਣ ਹੈ। ਅਸੀਂ ਕੋਈ ਪਤਾ ਨਹੀਂ ਕਿੰਨੀਆਂ ਕਿ ਲੈਫਟ ਪਾਰਟੀਆਂ ਬਣਾਈ ਬੈਠੇ ਆ, ਕਮਿਊਨਿਸਟ ਪਾਰਟੀਆਂ ਦੇ ਨਾਂ ਥੱਲੇ CPI ML ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਕੋਈ ਲਿਬਰੇਸ਼ਨ ਹੈ, ਕੋਈ ਨਿਊ ਡੈਮੋਕ੍ਰੇਸੀ ਹੈ, CPI ਹੈ, CPM ਹੈ, RMPI ਹੈ, ਸੋ ਮੈਨੀ ਪਾਰਟੀਆਂ। ਔਰ ਉਹ ਕੁਦਰਤੀ ਤੌਰ ਤੇ ਲੋਕਾਂ 'ਚ ਕਨਫਿਊਜ਼ਨ ਪੈਦਾ ਹੁੰਦਾ ਵੀ ਇਹ ਦੁਕਾਨਾਂ ਹੀ ਇੰਨੀਆਂ ਬਣਾਈ ਬੈਠੇ ਆ ਤੇ ਲੋਕਾਂ ਦਾ ਕੀ ਕਰਨਗੇ। तो केजरीवाल भी रवायती पार्टियां का एक हिस्सा है। किवें समझते हो कि केवल पखंड ਜਾਂ ਦੰਭ ਹੈ ਜੋ ਕੁਝ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਜਾਂ ਅਸਲੀਅਤ ਆਪਣੇ ਆਪ 'ਚ ਹੈ? ਇਸ ਨੇ ਇੱਕ ਇੰਟਰਵਿਊ ਦਿੱਤੀ ਸੀ। ਇੰਟਰਵਿਊ 'ਚ ਕਿਹਾ ਸੀ, ਜਦੋਂ ਕਿ ਪੁੱਛਿਆ ਗਿਆ ਸਵਾਲ ਵੀ ਕੀ ਤੁਸੀਂ ਇਹ ਕੈਪੀਟਲਿਜ਼ਮ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਅਲਟਰਨੇਟਿਵ ਦਾ ਸਮਾਜਵਾਦ, ਉਹਨੇ ਕਲੀਅਰ ਕੱਟ ਕਿਹਾ ਸੀ ਵੀ ਨਾ ਤਾਂ ਮੈਂ ਸੋਸ਼ਲਿਸਟ ਹਾਂ ਨਾ ਮੈਂ ਕਮਿਊਨਿਸਟ ਹਾਂ, ਮੈਂ ਇਹ ਕੈਪੀਟਲਿਜ਼ਮ ਵਿੱਚ ਹੀ ਵਿਸ਼ਵਾਸ ਕਰਦਾ। ਇਹ ਸੁਧਾਰ ਚਾਹੁੰਦੇ ਅਸੀਂ। ਭਾਜਪਾ ਜਿਹੜੀ ਬੇਸਡ ਹੈ ਉਹ RSS ਦੇ ਬੇਸਡ ਪਾਰਟੀ ਹੈ। ਇਸ ਕਰਕੇ ਭਾਜਪਾ ਜਿਹੜੀ ਹੈ ਹੁਣ ਜਿਹੜੀ ਪਹਿਲਾਂ ਅੰਗਰੇਜ਼ਾਂ ਦੇ ਭਗਤ ਸੀਗੇ, ਇਸ ਵਕਤ ਜਿਹੜੇ ਸਾਡੇ ਹਿੰਦੁਸਤਾਨ ਦੇ ਸਭ ਤੋਂ ਟੌਪ ਦੇ ਜਿਹੜੇ ਕਾਰਪੋਰੇਟ ਸੈਕਟਰ ਹੈ ਅਦਾਨੀ ਅੰਬਾਨੀ, ਉਹਨਾਂ ਦੇ ਪੈਰੋਕਾਰ ਬਣ ਕੇ, ਉਹਨਾਂ ਦੇ ਪਿੱਠੂ ਬਣ ਕੇ, ਉਹਨਾਂ ਦੀ ਸਾਰੀ ਸਾਡੇ ਦੇਸ਼ ਨੂੰ ਉਹਨਾਂ ਕੋਲੇ ਵੇਚ ਰਹੇ ਆ। ਕੋਈ ਸ਼ੱਕ ਨਹੀਂ ਪੰਜਾਬ ਲੀਡ ਕਰ ਰਿਹਾ। ਪੰਜਾਬ ਅਜੇ ਵੀ ਲੀਡਰ ਹੈ ਸਾਰੇ ਮੂਵਮੈਂਟ ਦਾ, ਕਿਸਾਨ ਪੰਜਾਬ ਦੇ। ਔਰ ਇਹ ਮੁੱਖ ਮੰਤਰੀ ਨੇ ਅਸੈਂਬਲੀ 'ਚ ਪਹਿਲਾਂ ਰੈਜ਼ੋਲੂਸ਼ਨ ਪਾਸ ਕਰਕੇ ਇਹਨਾਂ ਲਾਵਾਂ ਦੇ ਅੱਛਾ ਕੰਮ ਕੀਤਾ, ਪਰ ਹੁਣ ਪਤਾ ਨਹੀਂ ਇਹ ਦਿਮਾਗ 'ਚ ਕੀ ਇੱਕ ਮੁੱਖ ਮੰਤਰੀ ਸਾਹਿਬ ਦੇ ਹੋਇਆ ਵੀ ਆਪਣੇ ਤੌਰ ਤੇ ਵੀ ਅੰਦੋਲਨ ਇੱਥੇ ਨਾ ਕਰੋ। ਉੱਤਰਾਖੰਡ ਹੋਵੇ ਜਾਂ ਮਨੀਪੁਰ ਹੋਵੇ ਜਾਂ ਗੋਆ ਹੋਵੇ, ਇੱਥੇ ਡੈਫੀਨੇਟਲੀ ਕਿਸਾਨ ਇੱਕ ਬੜਾ ਵੱਡਾ ਹਿੱਸਾ ਹੈ, ਇਹਨਾਂ ਦਾ ਰੋਲ ਹੈ, ਭੂਮਿਕਾ। ਔਰ ਇਹ ਇਕੱਲੇ ਪੰਜਾਬ ਦੇ ਉੱਤੇ ਤਾਂ ਲਾਗੂ ਨਹੀਂ ਹੋਣੇ ਕਾਨੂੰਨ, ਤਾਂ ਸਾਰੇ ਹਿੰਦੁਸਤਾਨ 'ਚ ਲਾਗੂ ਹੋ ਰਹੇ ਨਾ। ਇਸ ਕਰਕੇ ਸਾਰੇ ਕਿਸਾਨ ਦੇ ਲੋਕ ਜਿਹੜੇ ਆ ਇਹ ਜਾਣਗੇ ਵੀ ਸੰਯੁਕਤ ਮੋਰਚਾ ਜਾਊਗਾ ਵੀ, ਔਰ ਉੱਥੋਂ ਦੇ ਕਿਸਾਨ ਵੀ ਜਿਹੜੇ ਆ ਆਲਰੇਡੀ ਰਿਜ਼ੈਂਟਮੈਂਟ ਹੈ ਇਹਨਾਂ ਸਰਕਾਰਾਂ ਦੇ ਖਿਲਾਫ UP 'ਚ ਖਾਸ ਤੌਰ ਦੇ ਉੱਤੇ। ਔਰ ਪੂਰਾ ਟਕੈਤ ਔਰ ਸਾਰੇ ਜਿਹੜੇ ਸੰਯੁਕਤ ਮੋਰਚੇ ਵਾਲੇ ਸਾਰੇ ਸੱਜਣ ਜਾਣਗੇ ਔਰ ਉਹਨਾਂ ਨੂੰ ਡੈਫੀਨੇਟਲੀ ਇਹਨਾਂ ਦਾ ਹਾਰ ਦਾ ਮੂੰਹ ਦੇਖਣਾ ਪਊ। BJP ਨੂੰ ਸਬਕ ਸਿਖਾਇਆ ਜਾਊਗਾ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਬਰਾੜ। ਵਿਦਿਆਰਥੀ ਜੀਵਨ ਤੋਂ ਲੈ ਕੇ ਲੰਬੇ ਸੰਘਰਸ਼ ਦੀ ਇੱਕ ਗਾਥਾ, ਇੱਕ ਪਿਛੋਕੜ ਬੰਤ ਬਰਾੜ ਦੇ ਨਾਲ ਜੁੜੀ ਹੋਈ ਹੈ। ਚਾਹੇ ਮਜ਼ਦੂਰਾਂ ਦੀ ਗੱਲ ਕਰ ਲਈਏ, ਕਿਸਾਨਾਂ ਦੀ ਗੱਲ ਕਰ ਲਈਏ, ਮੁਲਾਜ਼ਮਾਂ ਦੀ ਗੱਲ ਕਰ ਲਈਏ, ਹਰ ਖੇਤਰ ਦੇ ਅੰਦਰ ਉਹਨਾਂ ਦਾ ਇੱਕ ਨਾਂ, ਇੱਕ ਯੋਗਦਾਨ ਹੈ। ਪੰਜਾਬ ਦੀ ਮੌਜੂਦਾ ਸਥਿਤੀ, ਖਾਸ ਤੌਰ 'ਤੇ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ, ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਖੱਬੀਆਂ ਧਿਰਾਂ ਇਹਨਾਂ ਮੁੱਦਿਆਂ 'ਤੇ ਕਿਵੇਂ ਸੋਚਦੀਆਂ ਜਾਂ ਕੀ ਹੈ ਭਵਿੱਖ, ਇਹਨਾਂ ਸਾਰੇ ਮਾਮਲਿਆਂ 'ਤੇ ਆਪਾਂ ਕਰਾਂਗੇ ਚਰਚਾ। ਬੰਤ ਬਰਾੜ ਜੀ, ਸਾਡੇ ਚੈਨਲ 'ਤੇ ਆਉਣ ਲਈ ਮੇਰੀ ਟੀਮ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਰਾੜ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਸੇ ਮੁੱਦੇ ਤੋਂ ਲੈਣ ਲੱਗਿਆ ਹਾਂ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਾਹਮਣੇ ਹੈ, ਸਾਰੀਆਂ ਰਾਜਸੀ ਧਿਰਾਂ ਆਪਣੇ ਆਪ 'ਚ ਸਰਗਰਮ ਹੈ। ਜੇ ਆਪਾਂ ਖੱਬੀ ਧਿਰ ਦੀ ਗੱਲ ਕਰ ਲਈਏ, ਕਮਿਊਨਿਸਟਾਂ ਦੀ ਗੱਲ ਕਰੀਏ, ਕੀ ਲੱਗਦਾ ਹੈ ਕਿ ਇਹਨਾਂ ਚੋਣਾਂ ਦੇ ਮੱਦੇਨਜ਼ਰ ਖੱਬੀਆਂ ਧਿਰਾਂ ਦਾ ਕਿਸੇ ਪਾਰਟੀ ਦੇ ਨਾਲ, ਕਿਸੇ ਧਿਰ ਦੇ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਹੈ? ਜਗਤਾਰ ਜੀ, ਇਹਨਾਂ ਅੱਜ ਦੀਆਂ ਪ੍ਰਸਥਿਤੀਆਂ ਵਿੱਚ ਸਾਡੇ ਸਾਹਮਣੇ ਮੁੱਖ ਮਸਲਾ ਜਿਹੜਾ ਉਹ ਕਿਸਾਨ ਅੰਦੋਲਨ ਹੈ। ਔਰ ਅਸੀਂ ਲੈਫਟ ਪਾਰਟੀਆਂ ਵਾਲੇ 8 ਪਾਰਟੀਆਂ ਅਸੀਂ ਇਕੱਠੀਆਂ ਹੋਈਆਂ, ਅਸੀਂ ਵਿਚਾਰ ਵੀ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਮੀਟਿੰਗ ਬੁਲਾਈ ਸੀ 10 ਤਰੀਕ ਨੂੰ ਚੰਡੀਗੜ੍ਹ 'ਚ, ਉਹਦੇ ਸਾਨੂੰ ਖੱਬੀਆਂ ਪਾਰਟੀਆਂ ਨੂੰ ਸਾਡੇ ਦ੍ਰਿਸ਼ਟੀਕੋਣ 'ਚ ਉਹਨਾਂ ਦੇ ਬਾਰੇ ਦੱਸਣ ਦੇ ਬਾਰੇ ਸਾਨੂੰ ਬੁਲਾਇਆ ਸੀ। ਔਰ ਆਪ ਹੀ ਉਹਨਾਂ ਨੇ ਸਾਨੂੰ ਅਪੀਲ ਕੀਤੀ ਸੀ ਸਾਰੀਆਂ ਪਾਰਟੀਆਂ ਨੂੰ ਕਿ ਬਹੁਤ ਵੱਡਾ ਅੰਦੋਲਨ ਚੱਲ ਰਿਹਾ, ਇਸ ਅੰਦੋਲਨ ਨੂੰ ਵੱਡੀਆਂ ਜਿਹੜੀਆਂ ਰੈਲੀਆਂ ਉਹ ਨਾ ਕੀਤੀਆਂ ਜਾਣ। ਅਸੀਂ ਉਹਨਾਂ ਨਾਲ ਸਹਿਮਤੀ ਪ੍ਰਗਟਾਈ ਹੈ। ਅਸੀਂ ਅਜੇ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਗੱਲਬਾਤ ਕੀਤੀ ਹੋਵੇ, ਗੱਲਬਾਤ ਜ਼ਰੂਰ ਹੁੰਦੀਆਂ ਰਹਿੰਦੀਆਂ, ਕੋਈ ਸ਼ੱਕ ਨਹੀਂ, ਪਰ ਅਸੀਂ ਸਾਰੇ ਹੀ ਲੈਫਟ ਜਿੰਨੇ ਵੀ ਹੈ ਅਸੀਂ ਇਹਨਾਂ ਤੋਂ ਅਸੀਂ ਮੁੜ ਕਰ ਰਹੇ ਸੀ ਵੀ ਕਿਸੇ ਗੱਲ ਦਾ ਜੇ, ਕਿਉਂਕਿ ਕਿਸਾਨ ਅੰਦੋਲਨ ਜਿਹੜਾ ਸਾਡੇ ਸਾਹਮਣੇ ਮੁੱਖ ਇਸ਼ੂ ਹੈ। 600 ਬੰਦਾ ਵਿਅਕਤੀ ਉੱਥੇ ਮਾਰਿਆ ਗਿਆ, ਬਹੁਤ ਵੱਡੀ ਕੁਰਬਾਨੀ ਹੈ। ਸਾਰੀ ਦੁਨੀਆ ਭਰ ਦਾ ਇੱਕ ਅੰਦੋਲਨ, ਉਹਨਾਂ ਦਾ ਧਿਆਨ ਦੁਨੀਆ ਦਾ ਇਸ ਪਾਸੇ ਵੱਲ ਹੈ। ਇਸ ਕਰਕੇ ਸਾਨੂੰ ਮੁੱਖ ਜਿਹੜਾ ਸਵਾਲ ਉਸ ਨੂੰ
ਕਾਮਯਾਬੀ ਆ ਕਿਸਾਨ ਅੰਦੋਲਨ ਦੀ। ਜੀ ਬੰਦ ਬਰਾੜ ਜੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਲਈ ਕਿਸਾਨ ਅੰਦੋਲਨ ਮੁੱਖ ਹੈ, ਚੋਣਾਂ ਨਹੀਂ ਹੈ, ਪਰ ਪੰਜਾਬ ਦੀਆਂ ਕਈ ਰਾਜਸੀ ਧਿਰਾਂ ਜਿਨ੍ਹਾਂ 'ਚ ਅਕਾਲੀ ਦਲ ਵੀ ਹੈ, ਦੂਜੀਆਂ ਧਿਰਾਂ ਵੀ ਸ਼ਾਮਲ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕਹਿ ਰਹੀਆਂ ਹੈ ਕਿ ਜੇ ਰਾਜਸੀ ਧਿਰਾਂ ਨੂੰ ਰਾਜਸੀ ਸਰਗਰਮੀ ਨਹੀਂ ਕਰਨ ਦਿੱਤੀ ਜਾਏਗੀ ਤਾਂ ਸਾਡਾ ਵਜੂਦ ਕੀ ਰਹੇਗਾ। ਉਹ ਕਿਤੇ ਨਾ ਕਿਤੇ ਚਾਹੁੰਦੇ ਆ ਕਿ ਰਾਜਸੀ ਸਰਗਰਮੀਆਂ ਸਾਡੀਆਂ ਸ਼ੁਰੂ ਹੋਣੀਆਂ ਚਾਹੀਦੀਆਂ। ਕੀ ਇਹ ਠੀਕ ਹੈ, ਜਾਂ ਸਾਡੇ ਲਈ ਕਿਸਾਨ ਅੰਦੋਲਨ ਜਿਹੜੀ ਵੱਡੀ ਜਦੋਜਹਿਦ ਉਹ ਕਰ ਰਹੇ ਆ, ਉਹ ਸਾਡੇ ਲਈ ਵੱਡਾ ਮੁੱਦਾ ਹੈ? ਦੇਖੋ ਜੀ, ਸੰਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਸੀ, ਸਾਰੀਆਂ ਪੋਲੀਟੀਕਲ ਪਾਰਟੀਆਂ ਸੱਦੀਆਂ ਸੀ 10 ਤਰੀਕ ਨੂੰ, ਮੈਂ ਪਹਿਲਾਂ ਜ਼ਿਕਰ ਕੀਤਾ। ਉਹਦੇ 'ਚ ਗੱਲ ਇੱਕ ਇਹੀ ਇਸ਼ੂ ਸੀ, ਇਹਨਾਂ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਅਕਾਲੀ, ਕਾਂਗਰਸ, ਆਪ ਵਾਲੇ ਹੈ, ਇਹਨਾਂ ਦਾ ਇਹੀ ਕਹਿਣਾ ਸੀ ਕਿ ਇੱਕ ਡੈਮੋਕ੍ਰੈਟਿਕ ਸਿਸਟਮ ਹੈ, ਵਿਧਾਨ ਸਭਾ ਆ ਗਈਆਂ, ਸਾਨੂੰ ਰਾਈਟ ਹੈ ਸਾਡਾ ਲੋਕਾਂ 'ਚ ਜਾਣ ਦਾ, ਸਾਡੀ ਵੋਟਾਂ ਮੰਗਣ ਦਾ ਵੀ ਹੈ, ਸਾਨੂੰ ਡਿਸਟਰਬ ਨਾ ਕੀਤਾ ਜਾਵੇ। ਸੰਯੁਕਤ ਮੋਰਚੇ ਦੀ ਅਪੀਲ ਸੀ ਵੀ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ, ਅਸੀਂ ਕੋਈ ਵਾਇਲੈਂਸ ਨਹੀਂ ਕਰਦੇ, ਅਸੀਂ ਤੁਹਾਨੂੰ ਸਵਾਲ ਪੁੱਛਣ ਦਾ ਸਾਡਾ ਇਰਾਦਾ ਸੀ। ਜੇ ਕੋਈ ਸ਼ਰਾਰਤੀ ਐਲੀਮੈਂਟ ਕਰਦਾ ਵੀ ਹੈ, ਸਾਡੀ ਜ਼ਿੰਮੇਵਾਰੀ ਉਹਦੇ 'ਚ ਨਹੀਂ, ਅਸੀਂ ਪੀਸਫੁਲ ਡੈਮੋਕ੍ਰੇਟਿਕ ਵੇ ਨਾਲ ਚੱਲ ਰਹੇ ਹਾਂ, ਸੰਯੁਕਤ ਮੋਰਚੇ ਨੇ ਕਿਹਾ ਸੀ। ਔਰ ਨਾਲ ਇਹ ਕਿਹਾ ਸੀਗਾ ਵੀ ਅੱਛਾ ਹੋਵੇ ਤੁਸੀਂ ਜੇ ਨੋਟੀਫਿਕੇਸ਼ਨ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਛੋਟੀਆਂ ਮੀਟਿੰਗਾਂ ਕਰ ਲਓ ਆਪਣੀਆਂ, ਵੱਡੀ ਕੋਈ ਮੀਟਿੰਗ ਰੈਲੀਆਂ ਕਰਕੇ ਤੁਸੀਂ ਡਾਇਵਰਟ ਨਾ ਕਰੋ ਸਾਡਾ ਧਿਆਨ, ਤਾਂ ਕਿ ਉੱਥੋਂ ਟਿੱਕਰੀ ਬਾਰਡਰ ਜਾਂ ਸਿੰਘੂ ਬਾਰਡਰ ਤੋਂ ਲੋਕ ਜੇ ਖਾਲੀ ਹੋ ਜਾਂਦੇ ਹੈ ਤਾਂ ਉਧਰੋਂ ਕਟਾਈ ਦਾ ਮੌਕਾ ਵੀ ਆ ਜਾਣਾ, ਤਾਂ ਸਾਡੇ ਵਾਸਤੇ ਨੁਕਸਾਨਦਾਇਕ ਹੋਊਗਾ, ਕਿਉਂਕਿ ਤੁਸੀਂ ਸਾਰੀਆਂ ਪਾਰਟੀਆਂ ਸਾਨੂੰ ਸਾਡੀ ਹੈਲਪ ਕਰ ਰਹੀਆਂ, ਇਸ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ। ਔਰ ਮੇਰਾ ਖਿਆਲ ਹੈ ਵੀ ਉਹ ਦੋ ਬੜੇ ਧਿਆਨ ਦੇ ਨਾਲ ਕਾਂਗਰਸ ਪਾਰਟੀ, ਅਕਾਲੀ ਪਾਰਟੀ, ਆਪ ਵਾਲਿਆਂ ਨੇ ਵੀ ਉਹਨਾਂ 'ਤੇ ਧਿਆਨ ਵੀ ਦੇਣਗੇ। ਕੋਈ ਵਾਇਆ ਮੀਡੀਆ ਕੋਈ ਇੱਦਾਂ ਦਾ ਹੱਲ ਜਿਹੜਾ ਤਕਰੀਬਨ ਨਿਕਲਣ ਦੀ ਪੋਸੀਬਿਲਿਟੀ ਹੈ, ਔਰ ਡੈਮੋਕ੍ਰੇਟਿਕ ਪ੍ਰੋਸੈਸ ਵੀ ਜਾਰੀ ਰਹੂਗਾ, ਅੰਦੋਲਨ ਵੀ ਜਾਰੀ ਰਹੂਗਾ। ਜੀ ਬਰਾੜ ਜੀ, ਆਪਾਂ ਕਿਸਾਨੀ ਦੇ ਮੁੱਦੇ 'ਤੇ ਮੈਂ ਆਵਾਂਗਾ ਤੁਹਾਡੇ ਵੱਲ ਵਾਪਸ। ਜਦੋਂ ਆਪਾਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ, ਬਿਲਕੁਲ ਠੀਕ ਹੈ ਕਿ ਮੌਜੂਦਾ ਪ੍ਰਸਥਿਤੀਆਂ 'ਚ ਚੋਣ ਸਰਗਰਮੀਆਂ ਜਿਹੜੀਆਂ ਕਿਸਾਨੀ ਅੰਦੋਲਨ ਦੀ ਵਜ੍ਹਾ ਕਰਕੇ ਨਹੀਂ ਕੀਤੀਆਂ ਜਾ ਰਹੀਆਂ, ਪਰ ਇੱਕ ਸਵਾਲ ਜਿਹੜਾ ਪੰਜਾਬ ਵਿਧਾਨ ਸਭਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੋਈ ਸਮਾਂ ਸੀ ਸਤਪਾਲ ਡਾਂਗ, ਬਿਮਲਾ ਡਾਂਗ, ਮਾਸਟਰ ਬਾਬੂ ਸਿੰਘ, ਦਰਸ਼ਨ ਸਿੰਘ ਕੈਨੇਡੀਅਨ, ਹੋਰ ਇਹੋ ਜਿਹੇ ਕੱਦਾਵਰ ਨੇਤਾ ਪੰਜਾਬ ਵਿਧਾਨ ਸਭਾ 'ਚ ਪਹੁੰਚਦੇ ਸੀ ਅਤੇ ਲੋਕਾਂ ਦੇ ਮੁੱਦਿਆਂ 'ਤੇ ਲੜਾਈਆਂ ਲੜਦੇ ਸੀ ਸਦਨ ਦੇ ਅੰਦਰ। ਕੀ ਵਜ੍ਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਦੇ ਅੰਦਰ CPI ਦਾ ਦੀਵਾ ਤੱਕ ਨਹੀਂ ਜਗਿਆ? ਦੇਖੋ, ਇਹ ਠੀਕ ਹੈ ਗੱਲ ਤੁਹਾਡੀ। ਕਾਫੀ ਦੇਰ ਤੋਂ ਅਸੀਂ ਨਾਟ ਓਨਲੀ CPI, ਕੋਈ ਲੈਫਟ ਪਾਰਟੀ, ਅਸੀਂ CPI CPM ਹੈ ਮੁੱਖ ਤੌਰ 'ਤੇ ਪੰਜਾਬ 'ਚ ਸਾਡਾ ਕੋਈ ਪ੍ਰੈਜ਼ੈਂਸ ਅਸੈਂਬਲੀ ਵਿੱਚ ਨਹੀਂ ਰਹੀ ਪਿਛਲੇ ਸਮੇਂ 'ਚ। ਔਰ ਇਹਦੇ ਵਾਸਤੇ ਬਹੁਤ ਵੱਡੇ ਕਾਰਨ ਹੈ ਜਗਤਾਰ ਜੀ, ਬਹੁਤ ਵੱਡੇ ਕਾਰਨ ਆ। ਇੱਕ ਤਾਂ ਸਾਡੀ ਕਮਿਊਨਿਸਟਾਂ ਦੀ ਆਪਣੀ ਸਪਲਿਟ ਹੈ, ਇੱਕ ਨਹੀਂ ਕਿ 18 ਕਮਿਊਨਿਸਟ ਪਾਰਟੀਆਂ ਬਣੀਆਂ ਪਈਆਂ, ਔਰ ਉਹਦੇ ਕਰਕੇ ਸਾਡਾ ਨੁਕਸਾਨ ਵੀ ਹੋਇਆ। ਦੂਜਾ ਇਹ ਕਿ ਜੋ ਸਾਨੂੰ ਤੁਸੀਂ ਇਹ ਥੋੜ੍ਹਾ ਨੋਟ ਕਰਕੇ ਦੇਖੋ, ਜਦੋਂ ਵੀ ਸਾਡੀਆਂ ਇਹ ਸੀਟਾਂ ਆਈਆਂ ਉਦੋਂ ਅਕਾਲੀ ਪਾਰਟੀ ਨਾਲ ਜਾਂ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਕੇ ਆਈਆਂ, ਉਦੋਂ ਬਾਅਦ ਅਸੀਂ ਇਕੱਲੇ ਹੀ ਲੜਦੇ ਰਹੇ ਹਾਂ, ਇਕੱਲੇ ਲੜਦੇ ਨੇ। ਸਾਡੀ ਐਡੀ ਸਮਰੱਥਾ ਨਹੀਂ ਲੈਫਟ ਪਾਰਟੀ ਦੀ ਕਿ ਇਕੱਲੇ ਅਸੀਂ ਕੋਈ ਜਿੱਤ ਜਾਈਏ। ਔਰ ਪੋਲਰਾਈਜੇਸ਼ਨ ਹੁੰਦੀ ਹੈ ਬਿਟਵੀਨ ਟੂ ਪਾਰਟੀ, ਜਿਵੇਂ ਬੰਗਾਲ 'ਚ ਹੋ ਗਿਆ, ਲੈਫਟ ਪਾਰਟੀ ਨੈਚੁਰਲੀ ਸੀ ਡਾਊਨ ਚਲੇ ਗਏ ਆ, ਇੱਥੇ ਵੀ ਹੈ। ਸਾਡੀ ਬੇਸ ਹੈ, ਸਾਡਾ ਪ੍ਰੈਸੈਂਸ ਹੈ, ਅਸੀਂ ਮੁਲਾਜ਼ਮਾਂ 'ਚ ਹੈ, ਮਜ਼ਦੂਰਾਂ 'ਚ, ਵਿਦਿਆਰਥੀ ਨੌਜਵਾਨਾਂ, ਸਾਡੀ ਉਹ ਬੇਸ ਕਾਇਮ ਹੈ। ਪਰ ਇਹ ਕੁਦਰਤੀ ਤੌਰ 'ਤੇ ਅਲਾਇੰਸ ਸਿਸਟਮ ਜਿਹੜਾ ਨਾ, ਉਹਦੇ 'ਚ ਅਸੀਂ ਆ ਕੇ ਮਾਰ ਖਾਧੀ ਹੈ। ਅਸੀਂ ਦੇਖਾਂਗੇ, ਅਸੀਂ ਆਪਣੇ ਆਪ ਨੂੰ ਰਿਵਿਊ ਵੀ ਕਰ ਰਹੇ ਹਾਂ, ਕਿੱਦਾਂ ਇਹ ਭਰਪਾਈ ਕਰਨੀ ਹੈ, ਲੈਫਟ ਨੂੰ ਕਿਵੇਂ ਇਕੱਠਿਆਂ ਕਰਨਾ, ਇਹ ਸਾਡਾ ਸੋਚ ਹੈ ਇੱਦਾਂ ਦੀ ਹੈ। ਇੱਕ ਸਵਾਲ ਇਹਦੇ 'ਚ ਇਹ ਵੀ ਖੜਾ ਹੁੰਦਾ ਜੀ, ਠੀਕ ਹੈ, ਦੂਜੀਆਂ ਤਰ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਕਾਂਗਰਸ ਨਾਲ, ਅਕਾਲੀ ਦਲ ਨਾਲ ਜਾਂ ਹੋਰ ਕਿਸੇ ਤਰ੍ਹਾਂ ਨਾਲ ਸਾਂਝ ਰਹੀ। ਇਹ ਸਵਾਲ ਵੀ ਬਾਰ-ਬਾਰ ਉੱਠਦਾ ਰਹਿੰਦਾ ਹੈ ਕਿ ਜਿਹੜੀਆਂ ਖੱਬੀਆਂ ਧਿਰਾਂ ਕਮਿਊਨਿਸਟ ਪਾਰਟੀਆਂ ਦੀਆਂ ਜਿਹੜੀਆਂ ਵੱਖ-ਵੱਖ ਸ਼ੇਡਸ ਹੈ, ਵੱਖ-ਵੱਖ ਧੜੇ ਹੈ, ਉਹਨਾਂ ਨੂੰ ਵੀ ਇੱਕ ਥਾਂ ਇਕੱਠੇ ਕਰਕੇ ਜਾਂ ਇਕੱਠੇ ਰੱਖਣ ਦੇ 'ਚ ਦਿੱਕਤ ਪੇਸ਼ ਆਉਂਦੀ ਹੈ, ਜਿਹਦੇ ਕਰਕੇ ਸ਼ਾਇਦ ਜਿਹੜੀ ਸ਼ਕਤੀ ਘਟਣ ਦੀ ਗੱਲ ਕਰਦੇ ਹਾਂ, ਇੱਕ ਵਜ੍ਹਾ ਇਹ ਵੀ ਹੈ ਕਿ ਖੱਬੀਆਂ ਧਿਰਾਂ ਹੀ ਇੱਕ ਥਾਂ 'ਤੇ ਇਕੱਠੀਆਂ ਨਹੀਂ ਹੋ ਸਕਦੀਆਂ। ਇਹ ਬਿਲਕੁਲ ਠੀਕ ਤੁਹਾਡਾ ਜਿਹੜਾ ਐਨਾਲਿਸਿਸ ਹੈ ਬਿਲਕੁਲ ਠੀਕ ਹੈ ਜਗਤਾਰ ਜੀ। ਸਾਡਾ ਮੁੱਖ ਤੌਰ ਦੇ ਉੱਤੇ ਸਾਡੇ ਦੁਸ਼ਮਣ ਜਿਹੜੇ ਹੈ ਉਹ ਤਾਂ ਪਤਾ ਨਹੀਂ ਕੀ ਸੋਚਦੇ ਹੋਣ, ਪਰ ਅਸੀਂ ਆਪ ਹੀ ਦੁਸ਼ਮਣ ਹੈ। ਅਸੀਂ ਕੋਈ ਪਤਾ ਨਹੀਂ ਕਿੰਨੀਆਂ ਕਿ ਲੈਫਟ ਪਾਰਟੀਆਂ ਬਣਾਈ ਬੈਠੇ ਹੈ, ਕਮਿਊਨਿਸਟ ਪਾਰਟੀਆਂ ਦੇ ਨਾਂ ਥੱਲੇ CPI ML ਹੈ, ਕੋਈ ਕੁਛ ਹੈ, ਕੋਈ ਲਿਬਰੇਸ਼ਨ ਹੈ, ਕੋਈ ਨਿਊ ਡੈਮੋਕ੍ਰੇਸੀ ਹੈ, CPI ਹੈ, CPM ਹੈ, RMPI ਹੈ, ਸੋ ਮੈਨੀ ਪਾਰਟੀਆਂ। ਔਰ ਉਹ ਕੁਦਰਤੀ ਤੌਰ 'ਤੇ ਲੋਕਾਂ 'ਚ ਕਨਫਿਊਜ਼ਨ ਪੈਦਾ ਹੁੰਦਾ ਵੀ ਇਹ ਦੁਕਾਨਾਂ ਹੀ ਇੰਨੀਆਂ ਬਣਾਈ ਬੈਠੇ ਆ ਅਤੇ ਲੋਕਾਂ ਦਾ ਕੀ ਕਰਨਗੇ। ਅਸੀਂ ਇਹ ਕੋਸ਼ਿਸ਼ ਕਰ ਰਹੇ, CPI ਦੀ ਮੁੱਢ ਤੋਂ ਲੈ ਕੇ ਸੋਚ ਹੈ ਕਿ ਕਮਿਊਨਿਸਟਾਂ ਨੂੰ ਸਪਲਿਟ ਨਹੀਂ ਹੋਣੀ ਚਾਹੀਦੀ ਸੀ,
ਔਰ ਜੇ ਹੋਈ ਹੈ ਤਾਂ ਹੁਣ ਵੀ ਸਾਨੂੰ ਇਕੱਠਿਆਂ ਹੋ ਕੇ ਕਰਨਾ ਚਾਹੀਦਾ ਹੈ, ਕੋਆਰਡੀਨੇਸ਼ਨ ਕਰਨੀ ਚਾਹੀਦੀ ਹੈ। ਅਲਟੀਮੇਟਲੀ ਸਾਨੂੰ ਕਾਂਗਰਸ ਯੂਨਿਟੀ ਵੱਲ ਵਧਣਾ ਚਾਹੀਦਾ। ਇਹ ਇਟ ਇਜ਼ ਕਲੀਅਰ ਕੱਟ ਪਾਰਟੀ ਕਾਂਗਰਸ ਦਾ ਫੈਸਲਾ, CPI ਦਾ। ਅਸੀਂ ਯੂਨਾਈਟ ਕਰਨ ਵਾਸਤੇ ਅਸੀਂ ਪੂਰੀ ਐਫਰਟ ਕਰਾਂਗੇ ਔਰ ਉਹਦੇ ਸੰਬੰਧ 'ਚ ਅਸੀਂ 8 ਪਾਰਟੀਆਂ ਦਾ ਮੋਰਚਾ ਬਣਾਇਆ, ਐਂਟੀ ਫਾਸਿਸਟ ਅਫੈਂਸਿਵ ਮੋਰਚਾ ਜਿਹਨੂੰ ਕਹਿੰਦੇ ਆ, ਜਾਂ ਐਂਟੀ ਫਾਸਿਸਟ ਮੋਰਚਾ 8 ਪਾਰਟੀਆਂ ਦੇ 'ਚ ਕਾਇਮ ਹੈ। ਉਹਨਾਂ ਦਾ ਅਸੀਂ ਮੁੜ ਕੇ ਫਿਰ 18 ਨੂੰ ਫਿਰ ਮੀਟਿੰਗ ਕਰ ਰਹੇ ਹਾਂ, ਉਹਨਾਂ ਦੇ ਐਕਸ਼ਨ ਵੀ ਕਰ ਰਹੇ ਅਸੀਂ, ਪਹਿਲਾਂ ਵੀ ਕੀਤੇ, ਕਰੋਨਾ ਦੇ ਪੀਰੀਅਡ 'ਚ ਵੀ ਕੀਤੇ ਹੈ, ਅੰਡਰਗਰਾਊਂਡ ਵੀ ਜਦੋਂ ਸੀ ਆਮ ਬੜਾ ਔਖਾ ਕੰਮ ਸੀ ਉਦੋਂ ਵੀ ਅਸੀਂ ਕੰਮ ਕੀਤੇ ਆ ਔਰ ਹੁਣ ਵੀ ਅਸੀਂ 18 ਨੂੰ ਮੀਟਿੰਗ ਕਰਕੇ ਫਰਦਰ ਅਸੀਂ ਐਕਸ਼ਨ ਕਰ ਰਹੇ ਹਾਂ ਸਾਂਝੇ ਤੌਰ ਦੇ ਉੱਤੇ। ਇਹ ਸਾਡੀ ਕੋਸ਼ਿਸ਼ ਹੈ ਕਿ ਯੂਨਿਟੀ ਹੋਣੀ ਚਾਹੀਦੀ ਹੈ ਔਰ ਡਿਸਯੂਨਿਟੀ ਜਿਹੜੀ ਹੈ, ਸਪਲਿਟ ਜਿਹੜੀ ਹੈ, ਇਹ ਸਾਡੇ ਰਾਹ 'ਚ ਬੜਾ ਵੱਡਾ ਰੁਕਾਵਟ ਹੈ ਔਰ ਕੁਦਰਤੀ ਤੌਰ ਤੇ ਲੋਕਾਂ ਦਾ ਉਤਸ਼ਾਹ ਹੋਊਗਾ ਜੇ ਅਸੀਂ ਇਕੱਠੇ ਹੁੰਦੇ ਹਾਂ। ਜੀ, ਖੱਬੀਆਂ ਧਿਰਾਂ ਦੀ ਸ਼ਕਤੀ ਜਾਂ ਯੂਨਿਟੀ ਬਾਰੇ ਤੁਸੀਂ ਚਰਚਾ ਕਰ ਰਹੇ ਹੋ, ਪਰ ਜਦੋਂ ਤੱਕ ਇੱਕ ਵਾਰ ਨਹੀਂ ਆਉਂਦਾ, ਪੰਜਾਬ ਇਸ ਵੇਲੇ ਬਹੁਤ ਵੱਡੇ ਸੰਕਟ 'ਚੋਂ ਗੁਜ਼ਰ ਰਿਹਾ ਹੈ। ਪੰਜਾਬ ਨੂੰ ਸੰਕਟ 'ਚੋਂ ਕੱਢਣ ਲਈ ਕਿਹੋ ਜਿਹੀ ਲੀਡਰਸ਼ਿਪ ਜਾਂ ਕਿਹੋ ਜਿਹੀ ਵਿਚਾਰਧਾਰਾ ਦੇ ਲੋਕ ਹੈ ਜਿਹੜੇ ਮੌਜੂਦਾ ਪ੍ਰਸਥਿਤੀਆਂ 'ਚ ਅੱਗੇ ਆ ਸਕਦੇ ਆ? ਕਿਉਂਕਿ ਖੱਬੇ ਜੇ ਪਿੱਛੇ ਹੈ ਤਾਂ ਲੀਡ ਤਾਂ ਕਿਸੇ ਨਾ ਕਿਸੇ ਨੇ ਕਰਨਾ ਹੀ ਆ ਨਾ ਜੀ। ਜੀ ਦੇਖੋ, ਗੱਲ ਇਹ ਹੈ ਵੀ ਅੱਜ ਦੀ ਪੰਜਾਬ ਦੀਆਂ ਜਿਹੜੀਆਂ ਪ੍ਰਸਥਿਤੀਆਂ, ਇਹਦੇ ਵਿੱਚ ਅਸੀਂ ਦੇਖ ਲਿਆ ਅਕਾਲੀਆਂ ਨੇ ਵੀ ਬੜਾ ਰਾਜ ਕੀਤਾ ਬੜਾ ਟਾਈਮ, ਕਾਂਗਰਸ ਨੇ ਵੀ ਬਹੁਤ ਕੀਤਾ ਔਰ ਜਿਹੜੀ ਥਰਡ ਫੋਰਸਸ ਹੈ, ਆਪ ਪਿਛਲੇ ਸਮੇਂ 'ਚ ਲੋਕਾਂ ਨੇ ਇਸ ਪਾਸੇ ਟੈਂਡੈਂਸੀ ਵਧੀ ਸੀ, ਚਲੋ ਇਹਨਾਂ ਨੂੰ ਦੇਖੋ, ਉਹਨਾਂ ਨੇ ਆਪਣਾ ਜਿਹੜਾ ਜੋ ਕੁਛ ਕੀਤਾ ਉਹ ਸਾਡੇ ਲੋਕਾਂ ਦੇ ਸਾਹਮਣੇ ਹੈ। 5 ਸਾਲ ਉਹਨਾਂ ਨੇ ਕੁਛ ਵੀ ਨਹੀਂ ਕੀਤਾ, ਸੀਟਾਂ ਜਿੱਤ ਕੇ ਬੈਠ ਗਏ ਹੈ ਔਰ ਉਹਨਾਂ ਦਾ ਕੋਈ ਪ੍ਰੋਜੈਕਸ਼ਨ ਉਹਨਾਂ ਦੀ ਹੈ ਨਹੀਂ, ਕੋਈ ਨਾ ਹੀ ਏਮਲੈਸਲੀ ਤੁਰੇ ਫਿਰਦੇ ਆ ਵੀ ਅਸੀਂ ਬਿਜਲੀ ਦੇਵਾਂਗੇ, ਅਸੀਂ ਪਾਣੀ ਦੇਵਾਂਗੇ, ਕੋਈ ਪ੍ਰੋਜੈਕਟਿਵ ਅਲਟਰਨੇਟਿਵ ਬਦਲਦੀ ਪਾਲਿਸੀ। ਉਹ ਤੁਸੀਂ ਜਾਣਦੇ ਆ ਵੀ ਜਿਹੜਾ ਕੇਜਰੀਵਾਲ ਆ ਬੜਾ ਕਲੀਅਰ ਉਸਨੇ ਕਰ ਦਿੱਤਾ ਵੀ ਅਸੀਂ ਇਹ ਕੈਪੀਟਲਿਜ਼ਮ ਸਿਸਟਮ, ਇਹ ਸਿਸਟਮ ਹੈ, ਇਹਨੂੰ ਬਦਲਣਾ ਨਹੀਂ ਚਾਹੁੰਦੇ, ਅਸੀਂ ਇਸੇ ਨੂੰ ਮੇਨਟੇਨ ਕਰਨਾ ਚਾਹੁੰਦੇ ਹਾਂ, ਸੁਧਾਰ ਚਾਹੁੰਦੇ ਹਾਂ ਅਸੀਂ। ਕੈਪੀਟਲਿਜ਼ਮ ਸੁਧਾਰ ਕੀ ਹੋਊਗਾ, ਅਦਾਨੀ ਬਾਨੀ ਦਾ ਸੁਧਾਰ ਕੀ ਹੋਊਗਾ? ਸੋ ਇਹ ਦਿਸ ਰੋਂਗ ਕੰਸੈਪਟ। ਦੇ ਕੰਸੈਪਟ ਤਾਂ ਦੋ ਹੀ ਹੈ, ਇੱਕ ਤਾਂ ਪੂੰਜੀਵਾਦ ਸਿਸਟਮ ਹੈ, ਇਹ ਪਾਰਟੀਆਂ ਸਾਰੀਆਂ ਹੀ ਪੂੰਜੀਵਾਦ ਦੇ ਸਿਸਟਮ ਤੇ ਲਾਗੂ ਆ, ਵਿੱਚ ਕਾਂਗਰਸ ਹੈ, ਵਿੱਚ ਅਕਾਲੀ ਹੈ, ਕੋਈ ਬੁਨਿਆਦੀ ਫਰਕ ਨਹੀਂ ਪਾਲਿਸੀਆਂ ਦੇ ਸਵਾਲ ਤੇ। ਜੇ ਫਰਕ ਹੈ ਤਾਂ ਸਿਰਫ ਲੈਫਟ ਦਾ, ਕਮਿਊਨਿਸਟਾਂ ਦਾ ਅਲਟਰਨੇਟਿਵ ਇਹੀ ਹੈ, ਸਮਾਜਵਾਦ, ਡੈਮੋਕ੍ਰੇਸੀ, ਜਿਹੜੀ ਸੋਸ਼ਲ ਡੈਮੋਕ੍ਰੇਸੀ ਔਰ ਲੋਕਾਂ ਦੇ ਅਦਾਨੀ ਬਾਨੀ ਕਾਰਪੋਰੇਟ ਸਿਸਟਮ ਖਤਮ ਹੋਵੇ, ਆਮ ਪਬਲਿਕ ਸੈਕਟਰ ਜਿਹਨੂੰ ਖਤਮ ਕਰਨਾ ਚਾਹੁੰਦੇ ਆ ਉਹ ਕਾਇਮ ਹੋਵੇ, ਵੈਲਫੇਅਰ ਸਟੇਟ ਬਣੇ, ਐਜੂਕੇਸ਼ਨ ਔਰ ਹੈਲਥ ਸਰਵਿਸਿਜ਼ ਜਾਂ ਹੋਰ ਜਿਹੜੀਆਂ ਸਰਵਿਸਿਜ਼ ਹੈ ਉਹ ਆਮ ਤੌਰ ਤੇ ਸਟੇਟ ਓਨਡ ਹੋਣ। ਵੈਲਫੇਅਰ ਸਟੇਟ ਦਾ ਮਤਲਬ ਕਨਸੈਪਟ ਹੈ, ਇਹਨਾਂ ਨੇ ਛੱਡ ਦਿੱਤਾ, ਅਸੀਂ ਉਸ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਹਾਂ। ਇਹ ਅਲਟੀਮੇਟਲੀ ਦਾ ਇਹ ਰਾਹ ਇਹੀ ਕੱਢਣਾ ਪਊਗਾ, ਭਾਵੇਂ ਅੱਜ ਭਾਵੇਂ ਕੱਲ੍ਹ ਕੱਢਣ, ਅਸੀਂ ਉਸ ਤੇ ਲੱਗੇ ਹੋਏ ਹਾਂ ਅਸੀਂ ਸਾਰੇ। ਬਰਾੜ ਜੀ, ਤੁਸੀਂ ਅਹਿਮ ਸਵਾਲ ਦੇ ਉੱਤੇ ਚਰਚਾ ਕਰ ਰਹੇ ਹੋ ਕਿਉਂਕਿ ਕੇਜਰੀਵਾਲ ਬੜੇ ਵੱਡੇ ਇਸ ਗੱਲ ਦੇ ਦਾਅਵੇਦਾਰ ਹੈ ਕਿ ਰਵਾਇਤੀ ਧਿਰਾਂ ਦੀ ਥਾਂ ਅਸੀਂ ਇੱਕ ਨਵਾਂ ਵਿਚਾਰ, ਨਵੀਂ ਸੋਚ ਲੈ ਕੇ ਆ ਰਹੇ ਹਾਂ, ਭ੍ਰਿਸ਼ਟਾਚਾਰ ਰਹਿਤ, ਇੱਕ ਤਰ੍ਹਾਂ ਦੀਆਂ ਇਨਕਲਾਬੀ ਗੱਲਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਉਹ ਬਦਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਕੇਜਰੀਵਾਲ ਵੀ ਰਵਾਇਤੀ ਪਾਰਟੀਆਂ ਦਾ ਇੱਕ ਹਿੱਸਾ ਹੈ। ਕਿਵੇਂ ਸਮਝਦੇ ਹੋ ਕਿ ਕੇਵਲ ਪਖੰਡ ਜਾਂ ਦੰਭ ਹੈ ਜੋ ਕੁਝ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ, ਜਾਂ ਅਸਲੀਅਤ ਆਪਣੇ ਆਪ 'ਚ ਹੈ? ਦੇਖੋ ਜੀ, ਬਿਲਕੁਲ ਉਹਨੇ ਆਪ ਕਲੀਅਰ ਕੱਟ ਇੱਕ ਅੰਗਰੇਜ਼ੀ ਟ੍ਰਿਬਿਊਨ 'ਚ, ਪੰਜਾਬੀ 'ਚ ਵੀ ਟਰਾਂਸਲੇਸ਼ਨ ਸ਼ਾਇਦ ਹੋਈ ਸੀ, ਤੁਸੀਂ ਆਪ ਟ੍ਰਿਬਿਊਨ 'ਚ ਸੀਗੇ ਉਦੋਂ, ਉਹਨਾਂ ਦਿਨਾਂ ਦੇ ਵਿੱਚ ਇਸ ਨੇ ਇੱਕ ਇੰਟਰਵਿਊ ਦਿੱਤੀ ਸੀ। ਇੰਟਰਵਿਊ 'ਚ ਕਿਹਾ ਸੀ, ਜਦੋਂ ਕਿ ਪੁੱਛਿਆ ਗਿਆ ਸਵਾਲ ਵੀ ਕੀ ਤੁਸੀਂ ਇਹ ਕੈਪੀਟਲਿਜ਼ਮ ਦੇ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਅਲਟਰਨੇਟਿਵ ਜਿਹੜਾ ਸਮਾਜਵਾਦ, ਉਹਨੇ ਕਲੀਅਰ ਕੱਟ ਕਿਹਾ ਸੀ ਵੀ ਨਾ ਤਾਂ ਮੈਂ ਸੋਸ਼ਲਿਸਟ ਹਾਂ, ਨਾ ਮੈਂ ਕਮਿਊਨਿਸਟ ਹਾਂ, ਮੈਂ ਇਹ ਕੈਪੀਟਲਿਜ਼ਮ ਵਿੱਚ ਹੀ ਵਿਸ਼ਵਾਸ ਕਰਦਾ। ਇਹ ਸੁਧਾਰ ਚਾਹੁੰਦੇ ਅਸੀਂ, ਕਰਪਸ਼ਨ ਜਿਹੜੀ ਹੈ ਉਹ ਨਾ ਹੋਵੇ, ਅਸੀਂ ਇਹੋ ਜਿਹਾ ਸੋਸਾਇਟੀ ਚਾਹੁੰਦੇ। ਪਰ ਮੈਂ ਸਵਾਲ ਉਲਟਾ ਪੁੱਛਣਾ ਚਾਹੁੰਦਾ ਕੇਜਰੀਵਾਲ ਤੋਂ, ਜਿਹੜਾ ਜਵਾਬ ਉਹਨਾਂ ਕੋਲ ਹੈ ਨਹੀਂ, ਕਿ ਸਾਰੀ ਦੁਨੀਆ 'ਚ ਜਿਹੜੇ ਸਾਮਰਾਜੀ ਸਰਮਾਏਦਾਰ ਸਿਸਟਮ ਹੈ, ਅਮਰੀਕਾ ਲੈ ਕੇ ਜਾਂ ਬ੍ਰਿਟਿਸ਼ ਹੈ, ਫਰਾਂਸ ਹੈ, ਕਿ ਉੱਥੇ ਕਰਪਸ਼ਨ ਹੈ ਨਹੀਂ? ਕਰਪਸ਼ਨ ਜਿਹੜੀ ਹੈ ਉਹ ਸਿਰਫ ਸੋਸ਼ਲਿਸਟ ਡੈਮੋਕ੍ਰੇਟਿਕ ਕੰਟਰੀ 'ਚ ਹੀ ਹੋ ਸਕਦੀ ਹੈ, ਖਤਮ ਹੋ ਸਕਦੀ ਹੈ। ਕਿਸੇ ਦੁਨੀਆ ਦੇ ਜਿਹੜਾ ਕਾਰਪੋਰੇਟ ਸੈਕਟਰ ਹੈ, ਮਲਟੀਨੈਸ਼ਨਲ ਵੱਡੇ ਸਿਰਫ ਪ੍ਰੋਫਿਟ ਦੇ ਉੱਤੇ ਬੇਸਿਸ ਹੈ, ਕਿੰਨਾ ਪ੍ਰੋਫਿਟ ਕਮਾ ਰਹੇ ਹੈ, ਅਦਾਨੀ ਬਾਨੀ ਕਿੰਨਾ ਪ੍ਰੋਫਿਟ ਕਮਾ ਗਏ ਔਰ ਸਾਡਾ ਦੇਸ਼ ਮਰ ਰਿਹਾ, ਇਹ ਕਰਪਸ਼ਨ ਨਹੀਂ ਤਾਂ ਹੋਰ ਕੀ ਹੈ? ਜੀ, ਮਿਹਰਬਾਨੀ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਹੀ ਮੁੱਦਿਆਂ 'ਤੇ ਆ ਰਹੇ ਹਾਂ ਵਾਪਸ। ਪੰਜਾਬ 'ਚ ਰਾਜਸੀ ਧਿਰਾਂ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਕਿਵੇਂ ਸੋਚਦੀਆਂ ਖੱਬੀਆਂ ਧਿਰਾਂ, ਲਵਾਂਗੇ ਸਵਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਅਮਨ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਖਬਰ ਸਵਾਗਤ ਹੈ। ਸਾਡੇ ਨਾਲ ਹਨ CPI ਪੰਜਾਬ ਦੇ ਸਕੱਤਰ ਬੰਤ ਬਰਾੜ, ਜਿਨ੍ਹਾਂ ਨਾਲ ਪੰਜਾਬ ਦੇ ਮੁੱਦਿਆਂ 'ਤੇ ਕਰ ਰਹੇ ਹਾਂ ਚਰਚਾ। ਬਰਾੜ ਜੀ, ਜਿਸ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਸੀ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਮੈਂ ਸਮਝਦਾ ਕਿ ਕਿਸਾਨੀ ਮੁੱਦੇ ਦੇ ਬਗੈਰ ਇਹ ਗੱਲ ਮੁਕੰਮਲ ਨਹੀਂ ਹੋ ਸਕਦੀ।
ਜੀ ਹੁਣ ਸਵਾਲ ਹੈ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਕਿਸਾਨੀ ਅੰਦੋਲਨ ਜਿਹਦਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਸ ਸੰਬੰਧੀ ਜਿਹੜੀ ਭਾਜਪਾ ਨੇ ਅੜੀਅਲ ਵਤੀਰਾ ਅਪਣਾਇਆ ਵਾ ਉਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਭਾਜਪਾ ਜਿਹੜੀ ਬੇਸਡ ਹੈ ਉਹ RSS ਦੇ ਬੇਸਡ ਪਾਰਟੀ ਹੈ। RSS ਬਾਰੇ ਜਿਹਦਾ ਅਸੀਂ ਸਾਰੇ ਜਾਣਦੇ ਹਾਂ, ਜੇ ਉਹਦਾ ਪਿਛੋਕੜ ਦੇਖਿਆ ਜਾਵੇ, ਉਹ ਸਾਮਰਾਜੀ ਜਦੋਂ ਲੜਾਈ ਉਹਦੇ ਖਿਲਾਫ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਾਂਗਰਸ ਪਾਰਟੀ, ਸੋਸ਼ਲਿਸਟ ਕਾਂਗਰਸ ਲੜ ਰਹੇ ਸੀ, ਤਾਂ ਇਹ ਅੰਗਰੇਜ਼ਾਂ ਦੀ ਉਹਨਾਂ ਦੇ ਹੱਕ 'ਚ ਬੋਲ ਰਹੇ ਸੀ। ਇਹ ਪੋਸਟਰ ਵੰਡ ਰਹੇ ਸੀ, ਇਹ ਡਟ ਕੇ ਪ੍ਰਚਾਰ ਕਰ ਰਹੇ ਸੀ। ਇਹ ਕਹਿੰਦੇ ਸੀਗੇ ਕਿ ਨੌਜਵਾਨ ਜਿਹੜੇ, ਈਵਨ ਭਗਤ ਸਿੰਘ ਨੂੰ ਨੁਕਤਾਚੀਨੀ ਕੀਤੀ ਉਹਨਾਂ ਨੇ, ਇਹ ਨੌਜਵਾਨ ਜਿਹੜੇ ਹੈ ਸਾਡੇ ਹਿੰਦੂ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹੈ, ਇਹ ਸਾਡੀ એનર્ਜੀ ਉਹਨੂੰ ਵੇਸਟ ਕਰ ਰਹੇ ਹੈ। ਅਸੀਂ ਤਾਂ ਮੁਸਲਮਾਨਾਂ ਦੇ ਖਿਲਾਫ ਸਾਡੀ ਲੜਾਈ ਹੈ, ਸਾਡੀ ਲੜਾਈ ਤਾਂ ਹੈ ਹੀ ਨਹੀਂ ਅੰਗਰੇਜ਼ਾਂ ਦੇ ਖਿਲਾਫ। ਅੰਗਰੇਜ਼ ਜੀ ਆਏ ਇੱਥੇ ਰਹਿਣ, ਸਾਨੂੰ ਉਹਦੇ ਖਿਲਾਫ ਨਹੀਂ। ਅਸੀਂ ਤਾਂ ਮੁਗਲਾਂ ਤੋਂ ਲੈ ਕੇ ਲਗਾਤਾਰ ਜਿਹੜੇ ਮੁਸਲਮਾਨ ਅੱਜ ਤੱਕ ਬੈਠੇ ਆ, ਸਾਡੀ ਲੜਾਈ ਉਹਨਾਂ ਨਾਲ ਹੈ। ਇਸ ਕਰਕੇ ਭਾਜਪਾ ਜਿਹੜੀ ਹੈ ਹੁਣ, ਜਿਹੜੀ ਪਹਿਲਾਂ ਅੰਗਰੇਜ਼ਾਂ ਦੇ ਭਗਤ ਸੀਗੇ, ਇਸ ਵਕਤ ਜਿਹੜੇ ਸਾਡੇ ਹਿੰਦੁਸਤਾਨ ਦੇ ਸਭ ਤੋਂ ਟੌਪ ਦੇ ਜਿਹੜੇ ਕਾਰਪੋਰੇਟ ਸੈਕਟਰ ਹੈ, ਅਦਾਨੀ ਅੰਬਾਨੀ, ਉਹਨਾਂ ਦੇ ਪੈਰੋਕਾਰ ਬਣ ਕੇ, ਉਹਨਾਂ ਦੇ ਪਿੱਠੂ ਬਣ ਕੇ, ਉਹਨਾਂ ਦੀ ਸਾਰੀ ਸਾਡੇ ਦੇਸ਼ ਨੂੰ ਉਹਨਾਂ ਕੋਲੇ ਵੇਚ ਰਹੇ ਹੈ, ਬੁਰੀ ਤਰ੍ਹਾਂ ਵੇਚ ਰਹੇ ਹੈ। ਔਰ ਇਸ ਕਰਕੇ ਸਾਰਾ ਜਿਹੜਾ ਆਪਾਂ ਪਿਛਲਾ ਕਾਰਵਾਈ ਦੇਖੀਏ ਤਾਂ ਮੋਦੀ ਦੀਆਂ ਜਿੰਨੀਆਂ ਇਲੈਕਸ਼ਨ ਲੜੀਆਂ ਸੀ ਉਹ ਅਦਾਨੀ ਤੇ ਅੰਬਾਨੀ ਨੇ ਲੜੀਆਂ। ਸਾਰਾ ਪੈਸਾ ਖਰਚ ਕੀਤਾ, ਸਾਰੇ ਟੈਂਟ ਖਰਚ ਕੀਤੇ, ਰੋਟੀਆਂ ਦਾ ਖਰਚ ਕੀਤਾ। ਇਸ ਕਰਕੇ ਉਹ ਰੋਜ਼ਾਨਾ ਉਹਨੂੰ ਦੇਣਾ ਚਾਹੁੰਦੇ ਆ, ਉਹ ਸਾਰਾ ਦੇਸ਼ ਹੀ ਉਹਨਾਂ ਦੇ ਗਹਿਣਾ ਕਰਨਾ ਚਾਹੁੰਦੇ ਆ। ਇਹ ਕੱਟੜ ਲੋਕ ਹੈ ਔਰ ਇਹ ਜਿਵੇਂ ਕੋਈ ਜਿਸ ਤਰ੍ਹਾਂ ਹਿਟਲਰ ਸੀ ਨਾ, ਉਹਦੇ ਪੈਰੋਕਾਰ ਹੈ। ਹਿਟਲਰ ਜਦੋਂ ਮਰਿਆ ਫਿਰ ਸੁਸਾਈਡ ਕਰਕੇ ਮਰਿਆ ਸੀ। ਇਸ ਕਰਕੇ ਇਹਨਾਂ ਦੇ ਖਿਲਾਫ ਬਹੁਤ ਵੱਡਾ ਅੰਦੋਲਨ ਲੜਨਾ ਪੈਣਾ। ਇਹ ਛੇਤੀ ਸਮਝਣ ਵਾਲੇ ਨਹੀਂ। RSS ਬੈਕਡ ਫੋਰਸਸ ਹੈ। ਪੰਜਾਬ ਦੇ ਲਈ ਇੱਕ ਬਹੁਤ ਵੱਡਾ ਮੁੱਦਾ ਹੈ। ਜਦੋਂ ਕੌਮੀ ਪੱਧਰ ਤੇ ਬੇਸ਼ੱਕ ਕਿਸਾਨੀ ਅੰਦੋਲਨ ਲੜਿਆ ਜਾ ਰਿਹਾ ਹੈ, ਪਰ ਇਸ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਹੈ। ਬੰਤ ਬਰਾੜ ਹੋਣੀ ਜਿਹੜੇ ਸਵਾਲ ਉਠਾ ਰਹੇ ਆ ਭਾਜਪਾ ਦੇ ਬਾਰੇ 'ਚ, ਸਵਾਲ ਕੇਵਲ ਭਾਜਪਾ ਦਾ ਨਹੀਂ ਹੈ, ਦੂਜੀਆਂ ਰਾਜਸੀ ਧਿਰਾਂ ਬਾਰੇ ਵੀ ਆਪਾਂ ਗੱਲ ਕਰਾਂਗੇ। ਬਰਾੜ ਜੀ, ਜਿੱਦਾਂ ਤੁਸੀਂ ਭਾਜਪਾ ਬਾਰੇ ਗੱਲ ਕਰ ਰਹੇ ਹੋ, ਜੀ ਪੰਜਾਬ ਦੇ 'ਚ ਇਸ ਵੇਲੇ ਸਰਕਾਰ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ। ਕੈਪਟਨ ਅਮਰਿੰਦਰ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਹੈ ਕਿ ਹੁਣ ਕਿਸਾਨਾਂ ਨੂੰ ਪੰਜਾਬ 'ਚੋਂ ਬੋਰੀਆ ਬਿਸਤਰਾ ਲਪੇਟ ਕੇ ਦਿੱਲੀ ਜਾਂ ਹਰਿਆਣੇ ਦੀਆਂ ਬੂਹਾਂ 'ਤੇ ਬੈਠ ਜਾਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦਾ ਆਰਥਿਕ ਤੌਰ 'ਤੇ ਬਹੁਤ ਨੁਕਸਾਨ ਹੋ ਚੁੱਕਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਦੇਖੋ, ਮੁੱਖ ਮੰਤਰੀ ਸਾਹਿਬ ਦਾ ਬਿਆਨ ਜਿਹੜਾ ਹੈ ਇਹ ਮੰਦਭਾਗਾ, ਠੀਕ ਨਹੀਂ। ਇਹਦੀ ਜਿਹੜਾ ਇੰਟਰਪ੍ਰੀਟੇਸ਼ਨ ਵੀ ਜਿਹੜੀ ਹੈ ਉਹ ਵੀ ਜੇ ਕਰੀਏ ਤਾਂ ਉਹ ਠੀਕ ਨਹੀਂ ਜਾਂਦੀ। ਇਸ ਵਕਤ ਜੋ ਪੰਜਾਬ, ਕੋਈ ਸ਼ੱਕ ਨਹੀਂ, ਪੰਜਾਬ ਲੀਡ ਕਰ ਰਿਹਾ। ਪੰਜਾਬ ਅਜੇ ਵੀ ਲੀਡਰ ਹੈ ਸਾਰੇ ਮੂਵਮੈਂਟ ਦਾ, ਕਿਸਾਨ ਪੰਜਾਬ ਦੇ। ਔਰ ਇਹ ਮੁੱਖ ਮੰਤਰੀ ਨੇ ਅਸੈਂਬਲੀ 'ਚ ਪਹਿਲਾਂ ਰੈਜ਼ੋਲੂਸ਼ਨ ਪਾਸ ਕਰਕੇ ਇਹਨਾਂ ਲਾਵਾਂ ਦੇ ਅੱਛਾ ਕੰਮ ਕੀਤਾ, ਪਰ ਹੁਣ ਪਤਾ ਨਹੀਂ ਇਹ ਦਿਮਾਗ 'ਚ ਕੀ ਇੱਕ ਮੁੱਖ ਮੰਤਰੀ ਸਾਹਿਬ ਦੇ ਹੋਇਆ ਵੀ ਆਪਣੇ ਤੌਰ ਤੇ ਵੀ ਅੰਦੋਲਨ ਇੱਥੇ ਨਾ ਕਰੋ। ਅੰਦੋਲਨ ਠੀਕ ਹੈ, ਅਸੀਂ ਉੱਥੇ ਸਾਰੇ ਸੰਯੁਕਤ ਮੋਰਚੇ ਨੇ, ਸਾਡੇ ਸ਼ਕਤੀਆਂ ਜਿਹੜੀਆਂ, ਅਸੀਂ ਵੀ ਉੱਥੇ ਸੋਚਿਆ ਵੀ ਉੱਥੇ ਘੱਟ ਤਾਕਤ ਸਾਡੀ ਨਹੀਂ ਚਾਹੀਦੀ। ਪਰ ਪੰਜਾਬ 'ਚ ਕਿਉਂ ਨਾ ਲੜੀਏ ਸੀ? ਜੇ ਪੰਜਾਬ 'ਚ ਅਵੇਕਨਿੰਗ ਨਾ ਹੋਊ, ਜਾਗਰਤੀ ਨਾ ਹੋਊ, ਉੱਥੇ ਕੌਣ ਜਾਊਗਾ? ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇੱਦਾਂ ਦੇ ਬਿਆਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਜੇ ਉਹ ਸਪੋਰਟ ਪਹਿਲਾਂ ਕੀਤੀ ਤਾਂ ਉਹਨੂੰ ਡਟ ਕੇ ਸਪੋਰਟ ਕਰਨਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚਾ ਬੜਾ ਸੰਭਲਦਾ ਹੈ, ਬੜੇ ਸਿਆਣੇ ਹੈ, ਬੜੇ ਡੈਮੋਕ੍ਰੇਟ ਪੀਸਫੁਲ ਵੇ ਨਾਲ ਚੱਲ ਰਹੇ ਹੈ। ਉਹਨਾਂ ਨੇ ਕੋਈ ਇੱਦਾਂ ਨਹੀਂ ਵੀ ਪੰਜਾਬ ਦੇ ਅੰਦਰ ਅਸੀਂ ਗੜਬੜੀ ਕਰੀਏ ਜਾਂ ਇਕੋਨਮੀ ਨੂੰ ਨੁਕਸਾਨ ਕਰੀਏ, ਨਾ ਕੀਤਾ ਤੇ ਨਾ ਕਰਨਾ। ਉਹਨਾਂ ਨੇ ਪੀਸਫੁਲ ਮੂਵਮੈਂਟ ਚੱਲ ਰਹੀ ਹੈ, ਇਹ 'ਚ ਇਕੋਨਮੀ ਨੂੰ ਨੁਕਸਾਨ ਕਿੱਥੋਂ ਆ ਗਿਆ ਕਿਸਾਨਾਂ ਦਾ? ਆਰਥਿਕਤਾ ਦਾ ਕੋਈ ਨੁਕਸਾਨ ਤੁਸੀਂ ਕਹਿ ਰਹੇ ਹੋ ਕਿ ਨਹੀਂ ਕਰਦੇ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਵੀ ਸਵਾਲ ਉਠਾ ਰਿਹਾ ਪੰਜਾਬ ਦੇ ਲੋਕ। ਕੋਈ ਕਹਿ ਰਿਹਾ ਕਿ ਤੁਸੀਂ ਵੀ ਜਦੋਂ ਸੱਤਾ 'ਚ ਆਏ ਸੀ ਤਾਂ ਉਦੋਂ ਪੰਜਾਬੀਆਂ ਨਾਲ ਵੱਡੇ ਵਾਅਦੇ, ਖਾਸ ਤੌਰ 'ਤੇ ਕਿਸਾਨੀ ਦੇ ਮੁੱਦਿਆਂ 'ਤੇ ਮਜ਼ਦੂਰ ਕਲਾਸ ਦੇ ਮੁੱਦਿਆਂ 'ਤੇ, ਕਰਜ਼ੇ ਮਾਫੀ ਨੂੰ ਲੈ ਕੇ, ਰਹਿਤਾਂ ਦੇ ਮਾਮਲੇ 'ਤੇ, ਉਹ ਵਾਅਦੇ ਕੀ ਲੱਗਦਾ ਕਿ ਕਿਤੇ ਕੈਪਟਨ ਅਮਰਿੰਦਰ ਨੇ ਪੂਰੇ ਕੀਤੇ ਜਾਂ ਉੱਥੇ ਦਾ ਉੱਥੇ ਹੀ ਖੜੀ ਆ ਗੱਲ? ਦੇਖੋ ਜੀ, ਗੱਲ ਹੈ ਵੀ ਇਹ ਬੁਰਜੂਆ ਪਾਰਟੀਆਂ ਜਿਹੜੀਆਂ ਨਾ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਆ। ਆਪਾਂ ਪਿਛਲਾ ਇਤਿਹਾਸ ਦੇਖ ਲਈਏ, ਭਾਵੇਂ ਤਾਂ ਅਕਾਲੀ ਪਾਰਟੀ ਹੋਵੇ ਤੇ ਭਾਵੇਂ ਇਹ BJP ਹੋਵੇ ਜਾਂ ਫਿਰ ਇਹ ਕਾਂਗਰਸ ਪਾਰਟੀ ਹੋਵੇ, ਬਹੁਤ ਵੱਡੇ ਵੱਡੇ ਵਾਅਦੇ ਕਰਕੇ ਫਿਰ ਆ ਕੇ ਜਦੋਂ ਇਲੈਕਸ਼ਨਾਂ ਆਉਂਦੀਆਂ ਕੁਛ ਨਾ ਕੁਛ ਕਰਦੇ, ਹੁਣ ਕਰ ਰਹੇ ਆ ਕੁਛ ਨਾ ਕੁਛ, ਪਰ ਬਹੁਤ ਵੱਡੇ ਵਾਅਦੇ ਕੀਤੇ ਜਿਹੜੇ ਆ ਉਹ ਤਾਂ ਵਾਅਦੇ ਉਵੇਂ ਪੂਰੇ ਨਹੀਂ ਕੀਤੇ। ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਕਿੱਥੋਂ ਕਰਜ਼ੇ ਮਾਫ ਕੀਤੇ? 4-5 ਹਜ਼ਾਰ ਕਰੋੜ ਰੁਪਈਆ ਤੁਸੀਂ ਮਾਫ ਕਰਤਾ, ਉਹਦੇ ਨਾਲ ਸਾਰੇ ਕਰਜ਼ੇ ਤਾਂ ਨਹੀਂ ਮਾਫ ਹੁੰਦੇ। ਸੁਸਾਈਡ ਤਾਂ ਉਵੇਂ ਜਾਰੀ ਹੈ, ਖੇਤ ਮਜ਼ਦੂਰਾਂ ਦੀ ਸੁਸਾਈਡ ਜਾਰੀ ਹੈ, ਉਹਨਾਂ ਦੇ ਮਾੜੇ ਮੋਟੇ 5-10 ਹਜ਼ਾਰ ਰੁਪਈਆ ਦਾ ਕਰ ਦਿੱਤੇ ਤੁਸੀਂ, ਪਰ ਬੇਸਿਕ ਕੁਐਸਚਨ ਜਿਹੜੇ ਨਾ ਉਹ ਜੇ ਉਵੇਂ ਖੜੇ ਹੈ। ਸਾਰੇ ਪੰਜਾਬ ਦੀ ਇਕੋਨਮੀ ਨੂੰ ਜੇ ਸੁਧਾਰਨਾ ਤੁਸੀਂ, ਆਮ ਤੌਰ ਤੇ ਕਿਸਾਨ ਸਮੁੱਚਾ ਜਿਹੜਾ ਉਹਦੇ ਵੱਲ ਜਿਹੜੀ ਐਗਰੀਕਲਚਰ ਜਿਹੜੀ ਪਾਲਿਸੀ ਹੈ ਤੁਹਾਨੂੰ ਸੁਧਾਰਨੀ ਪਊਗੀ। ਔਰ ਐਗਰੀਕਲਚਰ ਲੇਬਰ ਜਿਹੜਾ ਖੇਤ ਮਜ਼ਦੂਰ ਹੈ
ਉਹਨਾਂ ਦਾ ਕਿਵੇਂ ਤੁਸੀਂ ਰੁਜ਼ਗਾਰ ਓਰੀਐਂਟਡ ਜਿਹੜਾ ਐਜੂਕੇਸ਼ਨ ਹੈ, ਹੈਲਥ ਹੈ, ਜਾਂ ਉਹਨਾਂ ਦਾ ਕਾਰੋਬਾਰ ਹੈ, ਰੁਜ਼ਗਾਰ ਦੇਣਾ, ਇਹ ਤੁਹਾਨੂੰ ਸੋਚਣਾ ਪਊਗਾ। ਇਹ ਮਾੜੇ ਮੋਟੇ ਜਿਹੜੇ ਕਦਮ ਚੱਕਦੇ ਆ, ਕੋਈ ਵੈਲਕਮ ਕਰਦੇ ਹਾਂ ਅਸੀਂ, ਕੋਈ ਸ਼ੱਕ ਨਹੀਂ ਹੈ, ਕੀਤੇ ਇਹਨਾਂ ਨੇ ਚੱਕੇ ਆ, ਪਰ ਇਹ ਕਾਫੀ ਨਹੀਂ। ਜੀ, ਜਿੱਦਾਂ ਤੁਸੀਂ ਕਿਹਾ ਕਿ ਭਾਜਪਾ ਕਿਸ ਤਰ੍ਹਾਂ ਡਟੀ ਹੋਈ ਹੈ ਖੇਤੀ ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਲਈ। ਹੁਣ ਪੰਜਾਬ ਦੀ ਵੀ ਗੱਲ ਹੈ, ਦੂਜੇ ਕਈ ਰਾਜਾਂ ਦੀ ਵੀ ਗੱਲ ਹੈ ਜਿੱਥੇ ਪੰਜਾਬ ਵਿਧਾਨ ਸਭਾ ਸਮੇਤ ਦੂਜੇ ਰਾਜਾਂ ਦੀਆਂ ਚੋਣਾਂ ਵੀ ਆ ਰਹੀਆਂ। ਲੱਗਦਾ ਹੈ ਚਾਹੇ ਯੂਪੀ ਹੈ, ਉੱਤਰਾਖੰਡ ਹੈ, ਪੰਜਾਬ ਹੈ, ਇੱਥੇ ਜਿਹੜੀਆਂ ਇੱਦਾਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਕਿਸਾਨ ਵਿਰੋਧੀ ਫੈਸਲੇ ਲਏ ਹੈ, ਲੋਕ ਸਬਕ ਸਿਖਾਉਣਗੇ ਆ ਰਹੀਆਂ ਚੋਣਾਂ ਦੇ ਵਿੱਚ। ਬਿਲਕੁਲ ਸਿਖਾਉਣਗੇ ਜੀ, ਬਿਲਕੁਲ। ਤੁਸੀਂ ਪੱਛਮੀ ਬੰਗਾਲ ਜਿਹੜਾ ਉੱਥੇ ਵੋਟਾਂ ਪਈਆਂ, ਚੋਣਾਂ ਹੋਈਆਂ, ਉਹਦੇ 'ਚ ਸੰਯੁਕਤ ਕਿਸਾਨ ਮੋਰਚਾ ਉੱਥੇ ਲੀਡਰ ਗਏ। ਭਾਵੇਂ ਕਿ ਅਸੀਂ ਨਹੀਂ ਕਹਿੰਦੇ ਵੀ ਬਹੁਤ ਕੁਆਲੀਟੇਟਿਵਲੀ ਢੰਗ ਦੇ ਨਾਲ ਇਹਨਾਂ ਨੇ ਕੋਈ ਉੱਥੇ ਫੈਸਲਾ ਕੌਣ ਰੋਲ ਅਦਾ ਕੀਤਾ ਹੋਣਾ, ਪਰ ਰੋਲ ਅਦਾ ਕੀਤਾ। ਜਦੋਂ ਗਏ ਗੱਡਮੀ ਲੜਾਈ ਸੀ, ਸਾਰੇ ਹਿੰਦੁਸਤਾਨ 'ਚ ਪ੍ਰਾਈਮ ਮਿਨਿਸਟਰ ਸਾਰੀ ਕੈਬਨਿਟ ਲੈ ਕੇ ਉੱਥੇ ਜਾ ਕੇ ਬੈਠ ਗਿਆ, ਔਰ ਸਾਰਾ ਕਰੋਨਾ ਵਗੈਰਾ ਜਿਹੜੀਆਂ ਲੋਕ ਮਰ ਰਹੇ ਆ, ਲਾਸ਼ਾਂ ਤੇ ਲੋਕੀ ਥਾਂ ਨਹੀਂ ਮਿਲਦਾ ਸੰਸਕਾਰ ਕਰਨ ਨੂੰ, ਉਹ ਸਾਰਾ ਧਿਆਨ ਉੱਥੇ ਲਾ ਦਿੱਤਾ। ਤਾਂ ਉਸ ਨੂੰ ਮੂਧੇ ਮੂੰਹ ਮਾਰਨ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿਸਾਨੀ ਜਿਹੜੀ ਆ ਉਹਨਾਂ ਨੇ ਰੋਲ ਅਦਾ ਕੀਤਾ, ਉਹ 'ਚ ਆਪਣਾ ਹਿੱਸਾ ਪਾਇਆ। ਇਸੇ ਤਰ੍ਹਾਂ ਹੁਣ ਜਿਹੜੇ ਪੰਜਾਬ ਹੋਵੇ, ਭਾਵੇਂ ਯੂਪੀ ਹੋਵੇ, ਭਾਵੇਂ ਅਗਲੇ ਦੂਸਰੇ ਉੱਤਰਾਖੰਡ ਹੋਵੇ ਜਾਂ ਮਨੀਪੁਰ ਹੋਵੇ ਜਾਂ ਗੋਆ ਹੋਵੇ, ਇੱਥੇ ਡੈਫੀਨੇਟਲੀ ਕਿਸਾਨ ਇੱਕ ਬੜਾ ਵੱਡਾ ਹਿੱਸਾ ਹੈ, ਇਹਨਾਂ ਦਾ ਰੋਲ ਹੈ, ਭੂਮਿਕਾ। ਔਰ ਇਕੱਲੇ ਪੰਜਾਬ ਦੇ ਉੱਤੇ ਤਾਂ ਲਾਗੂ ਨਹੀਂ ਹੋਣੇ ਕਾਨੂੰਨ, ਤਾਂ ਸਾਰੇ ਹਿੰਦੁਸਤਾਨ 'ਚ ਲਾਗੂ ਹੋ ਰਹੇ ਨਾ। ਇਸ ਕਰਕੇ ਸਾਰੇ ਕਿਸਾਨ ਦੇ ਲੋਕ ਜਿਹੜੇ ਆ ਇਹ ਜਾਣਗੇ ਵੀ ਸੰਯੁਕਤ ਮੋਰਚਾ ਜਾਊਗਾ ਵੀ, ਔਰ ਉੱਥੋਂ ਦੇ ਕਿਸਾਨ ਵੀ ਜਿਹੜੇ ਆ ਆਲਰੇਡੀ ਰਿਜ਼ੈਂਟਮੈਂਟ ਇਹਨਾਂ ਸਰਕਾਰਾਂ ਦੇ ਖਿਲਾਫ ਯੂਪੀ 'ਚ ਖਾਸ ਤੌਰ ਦੇ ਉੱਤੇ, ਔਰ ਪੂਰਾ ਟਕੈਤ ਔਰ ਸਾਰੇ ਜਿਹੜੇ ਸੰਯੁਕਤ ਮੋਰਚੇ ਵਾਲੇ ਸਾਰੇ ਸੱਜਣ ਜਾਣਗੇ, ਔਰ ਉਹਨਾਂ ਨੂੰ ਡੈਫੀਨੇਟਲੀ ਇਹਨਾਂ ਦਾ ਹਾਰ ਦਾ ਮੂੰਹ ਦੇਖਣਾ ਪਊ। ਬੀਜੇਪੀ ਨੂੰ ਸਬਕ ਸਿਖਾਇਆ ਜਾਊਗਾ। ਕਿਸਾਨ ਜਥੇਬੰਦੀਆਂ ਜਿਹੜਾ ਐਡਾ ਵੱਡਾ ਸੰਘਰਸ਼ ਲੜ ਰਹੀਆਂ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਦੀ ਜ਼ਿੰਮੇਵਾਰੀ ਤੇ ਉਸ ਸਿਆਣਪ ਦੇ ਉੱਤੇ ਕਿਸ ਤਰੀਕੇ ਨਾਲ ਉਹ ਅਗਵਾਈ ਦੇ ਰਹੀਆਂ, ਦਰਸ਼ਕ ਜ਼ਰੂਰ ਜਾਣਨਾ ਚਾਹਣਗੇ ਕਿ ਕਿਹੋ ਜਿਹੀ ਲੀਡਰਸ਼ਿਪ ਹੈ ਜਿਹੜੀ 9 ਮਹੀਨੇ ਸਹੀ ਢੰਗ ਨਾਲ ਖਿੱਚ ਕੇ ਅੰਦੋਲਨ ਨੂੰ ਅੱਗੇ ਲੈ ਕੇ ਆ ਰਹੀ ਹੈ। ਦੇਖੋ ਜੀ, ਗੱਲ ਇਹ ਹੈ, ਇਹ ਅੰਦੋਲਨ ਜਿਹੜਾ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਹਿੰਦੁਸਤਾਨ ਦਾ ਅੰਦੋਲਨ ਬਣਿਆ, ਔਰ ਸਾਰੀ ਦੁਨੀਆ 'ਚ ਇਸ ਨੇ ਨਾਮਣਾ ਖੱਟਿਆ। ਸਾਰੀ ਦੁਨੀਆ ਦੀਆਂ ਮੁੱਖ ਜਿਹੜੀਆਂ ਪਾਰਲੀਮੈਂਟ ਸਿਸਟਮ, ਉਹਨਾਂ 'ਚ ਡਿਸਕਸ਼ਨ ਹੋਈ, ਬਹਿਸ ਹੋਈ, ਔਰ ਸਾਰੇ ਹਿੰਦੁਸਤਾਨ ਦੀ ਜਿਹੜੀ ਸਾਡੀ ਸਰਕਾਰ ਹੈ, ਜਾਂ ਹਰਿਆਣੇ ਦੀ ਸਰਕਾਰ ਹੈ, ਯੂਪੀ ਸਰਕਾਰ ਹੈ, ਜੋ ਕਿਸਾਨਾਂ 'ਤੇ ਅਨਡੈਮੋਕ੍ਰੈਟਿਕ ਵੇ ਨਾਲ ਤਸ਼ੱਦਦ ਕੀਤਾ, ਖੂਹ ਪੱਟੇ ਗਏ, ਕਿੱਦਾਂ ਲਾਠੀ ਚਾਰਜ ਹੋਇਆ, ਕਰਨਾਲ 'ਚ ਪਿਛਲੇ ਸਮੇਂ 'ਚ ਹੋਇਆ, ਇਹਦੀ ਨਿਖੇਧੀ ਕੀਤੀ ਗਈ। ਔਰ ਕਿਸਾਨ ਮੋਰਚਾ ਜਿਸ ਢੰਗ ਨਾਲ ਇਹਦੀ ਲੜਾਈ ਆਪਣੀ ਕਿਸਮ ਦੀ, ਇਹਦੀ ਆਪਣੀ ਕਿਸਮ ਹੈ, ਇੱਕ ਸ਼ਾਨਦਾਰ ਅੰਦੋਲਨ ਹੈ ਜਿਹਦੇ ਵਿੱਚ ਅੱਜ ਤੱਕ ਕੋਈ ਵਾਇਲੈਂਸ ਨਹੀਂ ਹੋਈ, ਬੜੇ ਸ਼ਾਨਦਾਰ ਢੰਗ ਦੇ ਨਾਲ ਡੈਮੋਕ੍ਰੈਟਿਕ ਵੇ ਨਾਲ ਚੱਲਦੇ ਆ। 40 ਜਥੇਬੰਦੀਆਂ ਕੰਸੈਂਸਸ ਬਣਾ ਕੇ ਚੱਲਦੇ ਆ। ਉੱਥੇ ਜਿਹੜੇ ਸਾਰੇ ਮੋਰਚੇ 'ਤੇ ਬੈਠੇ ਆ, ਰੈਲੀਆਂ ਲਗਾਤਾਰ ਹੋ ਰਹੀਆਂ, ਉੱਥੇ ਵੀ ਕੰਸੈਂਸਸ ਬਣਦੀ ਹੈ, ਔਰ ਯੂਨੀਕ ਕਿਸਮ ਦੀ ਇੱਕ ਡੈਮੋਕ੍ਰੈਟਿਕ ਵੇ, ਔਰ ਮੋਸਟ ਪੀਸਫੁਲ ਜਿਹੜੇ ਕਹਿ ਰਹੇ ਆ, ਉਹ ਲਗਾਤਾਰ ਜਿਹੜੇ ਇੱਕ ਸੰਯੁਕਤ ਮੋਰਚਾ ਕਹਿ ਰਿਹਾ, ਸਾਡੇ ਭਾਵੇਂ ਸਿਰ ਪਾੜ ਦਿਓ, ਭਾਵੇਂ ਕੁਛ ਕਰ ਦਿਓ, ਅਸੀਂ ਪੀਸਫੁਲ ਢੰਗ ਨਾਲ ਰਵਾਂਗੇ, ਅਸੀਂ ਅੰਦੋਲਨ ਜਿੱਤਣਾ, ਅਸੀਂ ਅਨਡੈਮੋਕ੍ਰੈਟਿਕ ਵੇ ਨਾਲ ਨਹੀਂ ਅਸੀਂ ਕੁਛ ਐਕਸ਼ਨ ਕਰਾਂਗੇ। ਬਰਾੜ ਜੀ, ਦੁਨੀਆ ਭਰ 'ਚ ਬੈਠੇ ਪੰਜਾਬੀ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਇੱਕ ਸਵਾਲ ਸਾਰਿਆਂ ਦੇ ਮਨਾਂ 'ਚ ਬਾਰ-ਬਾਰ ਉੱਭਰਦਾ ਜਦੋਂ ਕਿਸਾਨੀ ਅੰਦੋਲਨ ਦੀ ਗੱਲ ਆਉਂਦੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਜਾਂ ਘੱਟੋ ਘੱਟ ਫਸਲਾਂ ਦੀ ਸਹਾਇਕ ਕੀਮਤ ਜਿਹੜੀ ਹੈਗੀ ਆ ਉਹਨੂੰ ਕਾਨੂੰਨੀ ਮਾਨਤਾ ਦਿਵਾਉਣ ਤੋਂ ਉਰੇ ਅੰਦੋਲਨ ਖਤਮ ਹੋ ਸਕਦਾ ਹੈ? ਜਿਵੇਂ ਭਾਜਪਾ ਬਾਰ-ਬਾਰ ਇੱਦਾਂ ਦੇ ਸੱਦੇ ਦਿੰਦੀ ਹੈ ਕਿ ਇਸ ਤੋਂ ਉਰੇ ਅਸੀਂ ਕੋਈ ਵੀ ਗੱਲ ਕਰਨ ਲਈ ਤਿਆਰ ਹਾਂ। ਦੇਖੋ, ਗੱਲ ਹੈ, ਇਸ਼ੂ ਹੀ ਇਹ ਹੈ, 3 ਕਾਨੂੰਨ ਹੈ, MSP ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ। ਹੁਣ ਕਿਸਾਨਾਂ ਦਾ ਕਸੂਰ ਕੀ ਹੈ? ਜੇ ਤੁਸੀਂ ਕਹਿੰਦੇ ਅਸੀਂ MSP ਦੇ ਰਹੇ ਹਾਂ, ਦੇਵਾਂਗੇ ਵੀ, ਵਾਅਦਾ ਕਰਦੇ ਹਾਂ, ਫਿਰ ਕਾਨੂੰਨ ਬਣਾ ਦਿਓ ਉਹਨੂੰ ਨਾ। ਕਾਨੂੰਨ ਬਣਾਉਣ ਤੁਹਾਨੂੰ ਕੀ ਅੜਚਨ ਕੀ ਹੈ? ਉਹ ਕਾਨੂੰਨ ਕਿਉਂਕਿ ਅਦਾਨੀ ਬਾਨੀ ਨੂੰ ਖੁੱਲ੍ਹੀਆਂ ਮਾਰਕੀਟ ਦੇਣੀ ਹੈ, ਐਗਰੀਕਲਚਰ ਮਾਰਕੀਟ ਜਿਹੜੀ ਕਮੇਟੀ ਉਹਨਾਂ ਦੇ ਪੈਰਲਲ ਦੇਣੀ ਹੈ, ਇਸ ਕਰਕੇ ਨਹੀਂ ਬਣਾਉਂਦੇ। ਔਰ ਤਿੰਨੇ ਕਾਨੂੰਨ ਜਿਹੜੇ ਆਪਸ ਵਿੱਚ ਇੰਟਰਲਿੰਕਡ ਹੈ, ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ। ਇਸ ਕਰਕੇ ਇਹ ਤਿੰਨੇ ਕਾਨੂੰਨ ਜਿਹੜੇ ਵਾਪਸ ਲੈਣੇ ਪੈਣੇ ਆ, ਔਰ ਮਿਨੀਮਮ ਸਪੋਰਟ ਦੇਣੀ ਪੈਣੀ ਹੈ, ਕਿਸਾਨਾਂ ਦਾ ਹੱਕ ਹੈ। ਇਸ ਤੋਂ ਬਿਨਾਂ ਕਿਸਾਨ ਕਰਨਗੇ ਕੀ? ਮਰ ਰਹੇ ਹੈ 5 ਏਕੜ ਤੋਂ ਥੱਲੇ ਵਾਲੇ 85 ਕਰੋੜ 84% ਲੋਕ ਕਿਸਾਨ ਹੈ ਹਿੰਦੁਸਤਾਨ ਦੇ, ਉਹ ਕਿੱਧਰ ਜਾਣਗੇ? ਇਸ ਕਰਕੇ ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਉਹਨਾਂ ਨੂੰ ਇਸ ਤੋਂ ਬਿਨਾਂ, ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ, ਜਿੱਤਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਇਸ ਦਾ। ਆਖਰੀ ਸਵਾਲ, ਲੜਾਈ ਜਿੱਤੇ ਜਾਣ ਤੱਕ ਖੱਬੀਆਂ ਤਰ੍ਹਾਂ ਇਸੇ ਤਰੀਕੇ ਨਾਲ ਕਿਸਾਨੀ ਅੰਦੋਲਨ ਨਾਲ ਡਟ ਕੇ ਖੜੀਆਂ ਰਹਿਣਗੀਆਂ?
ਬਿਲਕੁਲ ਜੀ, ਲੈਫਟ ਪਾਰਟੀਆਂ ਸਾਡੀ ਲਾਈਫ ਲਾਈਨ ਹੈ, ਕਿਸਾਨ ਅੰਦੋਲਨ ਹੈ, ਜਮਾਤੀ ਸੰਘਰਸ਼ ਹੈ। ਅਸੀਂ ਡਿਟਰਮਿੰਡ ਹੈ, ਅਸੀਂ ਹਰ ਜਿੰਦ ਜਾਨ ਲਾ ਕੇ ਇਹਦੇ ਵਿੱਚ ਸਪੋਰਟ ਕਰ ਰਹੇ ਹਾਂ। ਸਪੋਰਟ ਹੀ ਨਹੀਂ ਕਰ ਰਹੇ, ਅਸੀਂ ਲੜ ਰਹੇ ਹਾਂ। ਇਹ ਸਾਡੀ ਕਿਸਾਨਾਂ ਦੀ ਲੜਾਈ, ਸਮੁੱਚੇ ਲੋਕਾਂ ਦੀ ਲੜਾਈ ਹੈ, ਲੈਫਟ ਪਾਰਟੀ ਦੀ ਲੜਾਈ ਹੈ, ਡੈਮੋਕ੍ਰੇਟਿਕ ਲੋਕਾਂ ਦੀ ਲੜਾਈ ਹੈ ਔਰ ਇਹ ਤੋਂ ਬਿਨਾਂ ਗੁਜ਼ਾਰਾ ਕੋਈ ਨਹੀਂ। ਅਸੀਂ ਡਟ ਕੇ ਅਸੀਂ ਅੰਗ ਸੰਗ ਉਹਨਾਂ ਦੇ ਹੈ, ਲੜਾਂਗੇ ਔਰ ਜਿੱਤਾਂਗੇ। ਮਿਹਰਬਾਨੀ ਬਰਾੜ ਸਾਹਿਬ। ਇਹ ਸਨ ਬੰਤ ਬਰਾੜ, ਕਮਿਊਨਿਸਟ ਪਾਰਟੀ ਦੇ ਨੇਤਾ, ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਸਾਡੇ ਨਾਲ ਖੁੱਲ੍ਹ ਕੇ ਕੀਤੀ ਆ ਗੱਲਬਾਤ। ਅਸੀਂ ਉਮੀਦ ਕਰਦੇ ਹਾਂ ਪੰਜਾਬ ਦੇ ਚੰਗੇ ਤੇ ਸੁਨਹਿਰੇ ਭਵਿੱਖ ਲਈ ਇਹਨਾਂ ਦੇ ਸੁਪਨਿਆਂ ਨੂੰ ਪਏਗਾ ਬੂਰ। ਇੱਕ ਵਾਰ ਮੈਂ ਤੁਹਾਡੇ ਸਾਰਿਆਂ ਵੱਲੋਂ ਫਿਰ ਕਮਿਊਨਿਸਟ ਨੇਤਾ ਦਾ ਧੰਨਵਾਦੀ ਹਾਂ ਅਤੇ ਇਸ ਦੇ ਨਾਲ ਹੀ ਇਸ ਉਮੀਦ ਦੇ ਨਾਲ ਕਿ ਅਗਲੇ ਹਫ਼ਤੇ ਆਪਾਂ ਇੱਕ ਹੋਰ ਕਿਸੇ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।